बड़ी पुरानी कहावत है, अखां गईयां जहान गया। वाकई बड़ी त्रासदी हुंदी है जदों शरीर का कोई अंग जवाब दे जाए, तो अखां शरीर का वो वडमुला अंग है जिहड़ा कुदरत के सारे रंग सानूं दिखाउंदा है। पर कई बार बंदा इन्हां तो मुथाज हो जाता है। जन्मजात मुथाज की गल तो होर हुंदी है, जिन्हें जिंदगी जिउणी सिख लई हुंदी है। पर कुछ लोग जे इंज जिन्हां नाल हुंदी है कि जिहड़े पहिलां वेखदे ने पर हौली हौली रंग गुआच जांदे ने, उन्हां दी जिंदगी दे विच जदों रंग जांदे ने तो दिल नूं हौल पैंदा है। अज अजिहे एक शख्स के नाल बैठे हैं, मेरे नाल ने बीबी चरणजीत कौर, और असीं इन्हां दे पिंड डल्ले बैठे हैं जी इस वेले, जिथे मैं इन्हां नूं तुहाडे रूबरू करांगा। ये भी है जिंदगी दे अज दे अंक राहीं। सो बहुत बहुत स्वागत लिशकारा टीवी कनेडा राहीं जुड़ी हुई सारी साध संगत दा। वाहिगुरू जी का खालसा, वाहिगुरू जी की फतेह। सत श्री अकाल चरणजीत जी। सत श्री अकाल। बीबी जी, समस्या मैं थोड़ी जी दसी है, अपने साध संगत ताईं पहुँचाई है, पर तुहाडे तो थोड़ी जी जाननी शुरू करांगा मैं भी ਪਹਿਲਾਂ ਤੁਹਾਨੂੰ ਜਦੋਂ ਬਚਪਨ ਤੋਂ ਆਪਾਂ ਗੱਲ ਕਰਦੇ ਆਂ ਤੇ ਪੂਰਾ ਬਿਲਕੁਲ ਸਹੀ ਰੀਦਾ ਸੀ? ਹਾਂਜੀ ਹਾਂਜੀ, ਪੂਰਾ ਵਧੀਆ ਸਹੀ ਰਹਿੰਦਾ ਸੀ। 15-20 ਸਾਲ ਦੇ ਹੋ ਗਏ ਨੇੜਾ। ਅੱਛਾ ਜੀ। ਯਾਨੀ ਘਟਦੀ ਆ ਦਿਨਾਂ ਗਏ ਵੀ ਜੀ। ਘਟਦੀ ਆ ਗਏ, ਮਤਲਬ ਇਹ ਹੈ ਕਿ ਹੌਲੀ ਹੌਲੀ ਘਟੀ ਹੈ। ਹੌਲੀ ਹੌਲੀ ਘਟੀ ਹੈ। ਅੱਛਾ, ਤੇ ਜਦੋਂ ਪਹਿਲਾਂ ਘਟੀ ਤੇ ਤੁਹਾਨੂੰ ਕੋਈ ਝੋਲਾ ਪਿਆ ਤੇ ਫਿਰ ਕੋਈ ਇਲਾਜ ਮਾੜਾ ਮੋਟਾ ਕਰਵਾਇਆ? ਇਲਾਜ ਵੀ ਜੀ ਕਰਾਇਆ ਸੀਗਾ, ਤੇ ਮੁੜ ਕੇ ਹੁਣ ਆ ਮੁੰਡਾ ਕੱਲਾ ਵੀ ਘਰੇ ਖਰਚਾ ਤੋਰੇ ਹੁਣ ਇਲਾਜ ਕਰਾਵੇ, ਤੇ ਜਾਣੀ ਹੁਣ ਇਲਾਜ ਵੀ ਹਟ ਕੇ ਕਰਾਉਣਾ। ਪੈਸਾ ਧੇਲੇ ਦੀ ਟੋਟ ਆ ਵਾ ਜੀ। ਅੱਛਾ ਜੀ। ਘਰ ਵਾਲੇ ਨੂੰ ਦਰੰਗ ਹੋਇਆ ਵਾ ਜੀ, ਉਹ ਰੋਟੀ ਟੁੱਕ ਲਾਉਂਦਾ ਜੀ। ਮੈਂ ਇੱਥੇ ਸਾਰੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹਾਂਗਾ, ਜਿਵੇਂ ਕਿ ਬੀਬੀ ਚਰਨਜੀਤ ਕੌਰ ਨੇ ਦੱਸਿਆ, ਇਹਨਾਂ ਦਾ ਅੱਖਾਂ ਦੀ ਨਿਗਾਹ ਜਿਹੜੀ ਹੈ ਉਹ ਹੌਲੀ ਕਰਕੇ ਘਟੀ ਹੈ, ਔਰ ਪਿਛਲੇ ਲਗਭਗ 15 ਸਾਲ ਦੇ ਵਿੱਚ ਇਲਾਜ ਦੀ ਤੋੜ ਖੁਣਾਈ ਇੱਥੇ ਤੱਕ ਪਹੁੰਚੀ ਹੈ ਕਿ ਹੁਣ ਇਹਨਾਂ ਨੂੰ ਸਿਰਫ ਦਿਨ ਰਾਤ ਦੀ ਥੋੜ੍ਹੀ ਬਹੁਤ ਸੁੱਧ ਬੁੱਧ ਰਹਿੰਦੀ ਹੈ, ਥੋੜ੍ਹੇ ਜਿਹਾ ਪਰਛਾਵਿਆਂ ਦੀ ਸੁੱਧ ਬੁੱਧ ਰਹਿੰਦੀ ਹੈ। ਜੇ ਡਾਕਟਰੀ ਰਿਪੋਰਟਾਂ ਦੀ ਗੱਲ ਕਰੀਏ ਤਾਂ ਡਾਕਟਰੀ ਰਿਪੋਰਟਾਂ ਦੇ ਮੁਤਾਬਕ ਬੜੇ ਮੱਧਮ ਜਿਹੇ ਆਸਾਰ ਨੇ ਇਹਨਾਂ ਦੇ ਇਲਾਜ ਦੇ ਵਿੱਚ ਨਿਗਾਹ ਵਾਪਸ ਆਉਣ ਦੇ, ਪਰ ਉਹਦੇ ਵਾਸਤੇ ਵੱਡੇ ਖਰਚੇ ਦੀ ਜ਼ਰੂਰਤ ਹੈ। ਅਤੇ ਜੇ ਗੱਲ ਦੱਸੀਏ ਹੁਣ ਕੋਈ ਆਖਰੀ ਵਾਰ ਡਾਕਟਰ ਨੂੰ ਜਦੋਂ ਦਿਖਾਇਆ ਤੇ ਆਪਰੇਸ਼ਨ ਦੀ ਗੱਲ ਹੋਈ ਸੀ ਅੱਖਾਂ ਦੀ ਫਿਰ? ਹਾਂਜੀ ਹਾਂਜੀ ਹੋਈ ਸੀਗੀ। ਉਹ ਕਹਿੰਦੇ ਵੀ 2-2.5 ਲੱਖ ਰੁਪਈਆ ਵੀ ਲੱਗੂਗਾ, ਸਿਰ ਦਾ ਨਾੜਾਂ ਸਿਰ ਦਾ ਆਪਰੇਸ਼ਨ ਹੋਊਗਾ। ਅੱਛਾ ਜੀ। ਹਾਂਜੀ, ਇੰਨੇ ਜੀ ਹੁਣ ਸਾਡੇ ਕੋਲੇ ਕੋਈ ਕੁੰਜੀ ਹੈ ਨਹੀਂ। ਜੀ। ਸਤ ਸੰਗਤ ਜੀ, ਮੈਂ ਬੇਨਤੀ ਕਰਨਾ ਚਾਹਾਂਗਾ ਇੱਥੇ ਕਿ ਇਹਨਾਂ ਨੇ ਦੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੂੰ ਹੁਣ ਦਿਨ ਰਾਤ ਦਾ ਝੌਲਾ ਜਿਹਾ ਰਹਿੰਦਾ, ਕਿਉਂਕਿ ਪਿੱਛੇ ਰੌਸ਼ਨੀ ਜਿਹੜੀ ਦਿਮਾਗ ਤੋਂ ਆਉਂਦੀ ਹੈ ਉੱਥੋਂ ਅੱਖਾਂ ਤੱਕ ਆਉਣ ਵਾਲੀਆਂ ਨਾੜਾਂ ਦੇ ਵਿੱਚ ਕਮਜ਼ੋਰੀ ਵੱਧਦੀ ਇਸ ਹੱਦ ਤੱਕ ਵੱਧ ਗਈ ਹੈ। ਅਤੇ ਉਹਦਾ ਜੇ ਪਰ ਸਮਾਂ ਰਹਿੰਦਿਆਂ ਇਲਾਜ ਹੋ ਜਾਵੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਡਾਕਟਰ ਨੇ ਦੱਸਿਆ ਕਿ 2.5 ਲੱਖ ਦਾ ਖਰਚਾ ਮੁੱਢਲੇ ਆਪਰੇਸ਼ਨ ਦੇ ਵਿੱਚ, ਔਰ ਉਸ ਤੋਂ ਬਾਅਦ ਵਿੱਚ ਉਹਦੀ ਸਾਂਭ ਸੰਭਾਲ ਦੇ ਵਿੱਚ ਵੀ ਖਰਚਾ ਆਏਗਾ। ਬੀਬੀ ਜੀ, ਮੈਨੂੰ ਇੱਕ ਚੀਜ਼ ਦੱਸੋ ਥੋੜ੍ਹਾ ਜਿਹਾ, ਘਰ ਦੇ ਵਿੱਚ ਤੁਸੀਂ ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਅਸੀਂ ਜੀ ਬਸ ਮੈਂ ਤੇ ਮੇਰੇ ਘਰ ਵਾਲਾ, ਕੁੜੀਆਂ ਵਿਆਹ ਤੀਆਂ ਤੇ ਇੱਕ ਆ ਮੁੰਡਾ ਬਸ ਛੋਟਾ। ਅੱਛਾ ਜੀ। ਮੁੰਡਾ ਛੋਟਾ ਵਾ। ਮੁੰਡਾ ਕੋਈ ਕੰਮ ਕਾਰ ਕਰਦਾ ਹੈ? ਮੁੰਡਾ ਬਸ ਮਾੜਾ ਮੋਟਾ ਜੀ ਇਹੀ ਕਮਾ ਕੇ ਲਿਆਉਂਦਾ, ਮਾੜਾ ਮੋਟਾ ਦਿਹਾੜੀ ਜੋਤਾ ਜਾਂਦਾ। ਜੀ ਜੀ ਜੀ। ਇੱਥੇ ਮੈਂ ਇੱਕ ਵਾਰ ਦੁਬਾਰਾ ਦੱਸਣਾ ਚਾਹਾਂਗਾ ਕਿ ਬੀਬੀ ਚਰਨਜੀਤ ਕੌਰ ਦੇ ਪਤੀ ਜਿਹੜੇ ਨੇ ਉਹ ਵੀ ਅਧਰੰਗ ਦੀ ਬਿਮਾਰੀ ਨਾਲ ਪੀੜਤ ਨੇ, ਇਸ ਕਰਕੇ ਉਹ ਵੀ ਕੰਮ ਕਾਰ ਕਰਨ ਤੋਂ ਆ ਰਹੀ ਨੇ। ਅਤੇ ਜਦੋਂ ਫਿਰ ਅਜਿਹੇ ਹਾਲਾਤ ਨੇ ਅਤੇ ਛੋਟੇ ਬੇਟੇ ਦੇ ਉੱਤੇ ਜਿਹੜਾ ਖੁਦ ਅਜੇ ਕਮਾਉਣ ਵਾਲੀ ਉਮਰ ਦੇ ਵਿੱਚ ਵੀ ਨਹੀਂ, ਪਰ ਉਹਦੇ ਮੋਢਿਆਂ 'ਤੇ ਸਾਰਾ ਭਾਰ ਹੈ ਅਤੇ ਉਹ ਪਰਿਵਾਰ ਦਾ ਰੋਟੀ ਟੋਕੀ ਮਸਾਂ ਤੋਰ ਸਕਦਾ ਹੈ। ਐਡੇ ਮਹਿੰਗੇ ਇਲਾਜ ਦੀ ਗੁੰਜਾਇਸ਼ ਇਸ ਪਰਿਵਾਰ ਦੇ ਕੋਲ ਨਹੀਂ ਹੈ। ਸੋ ਇੱਕ ਵਾਰ ਫਿਰ ਤੋਂ ਗੁਹਾਰ ਸਾਡੇ NRI ਵੀਰ ਜਿਹੜੇ ਦਸਵੰਧ ਫਾਊਂਡੇਸ਼ਨ ਨਾਲ ਜੁੜੇ ਹੋਏ, ਉਹਨਾਂ ਤਾਈਂ ਇਹੀ ਅਪੀਲ ਹੈ ਕਿ ਜਿਸ ਤਰ੍ਹਾਂ ਉਹ ਹਰ ਵਾਰ ਬੌੜਦੇ ਰਹੇ ਨੇ, ਇਸ ਵਾਰ ਦੁਬਾਰਾ ਬੌੜਨਗੇ ਉਹ, ਅਤੇ ਇਸ ਪਰਿਵਾਰ ਦੀ ਵੀ ਬਾਂਹ ਫੜਨਗੇ। ਬੀਬੀ ਜੀ, ਇਸ ਪ੍ਰੋਗਰਾਮ ਦੇ ਰਾਹੀਂ ਤੁਸੀਂ ਸਾਡੇ NRI ਵੀਰਾਂ ਤਾਹੀਂ ਜਿਹੜੇ ਦਸਵੰਧ ਫਾਊਂਡੇਸ਼ਨ ਕੈਨੇਡਾ ਨਾਲ ਜੁੜੇ ਹੋਏ ਆ, ਉਹਨਾਂ ਨੂੰ ਕੀ ਬੇਨਤੀ, ਕੀ ਅਪੀਲ ਕਰਨਾ ਚਾਹੋਗੇ? ਬੇਨਤੀ ਵੀ ਜੀ ਆਹੀ ਨੇ ਮੇਰੀ ਤਾਂ ਵੀ ਜਣੀ ਮਾੜਾ ਇਲਾਜ ਹੋਣਾ ਚਾਹੀਦਾ ਮੇਰਾ, ਵੀ ਕੋਈ ਸਾਡੇ ਕੋਲ ਇੰਨੀ ਕੁੰਜੀ ਹੈ ਨਹੀਂ ਜੀ। ਇੱਥੇ ਮੈਂ ਦੱਸਦਿਆਂ ਹਰ ਵਾਰ ਦੀ ਤਰ੍ਹਾਂ ਇੱਥੇ ਵੀ ਮਦਦ ਮੰਗਣ ਲੱਗਿਆ। ਸਾਡੇ ਪੰਜਾਬੀਆਂ ਦੇ ਬੁੱਲ ਜਿਹੜੇ ਨੇ ਉਹ ਓਨੇ ਜ਼ੋਰ ਨਾਲ ਨਹੀਂ ਖੁੱਲ੍ਹਦੇ ਜਿੰਨਾ ਅਸੀਂ ਹੱਸਣ ਲੱਗਿਆ ਖੁੱਲ੍ਹਦੇ ਹਾਂ। ਇੱਥੇ ਇੱਕ ਵਾਰ ਫਿਰ ਮੈਂ ਆਪਣੇ ਵੱਲੋਂ ਅਪੀਲ ਨਾਲ ਜੋੜ ਕੇ ਕਰਨਾ ਚਾਹਾਂਗਾ ਕਿ ਬੀਬੀ ਜੀ ਦੇ ਘਰ ਦੇ ਹਾਲਾਤ, ਜਿਵੇਂ ਮੈਂ ਤੁਹਾਨੂੰ ਦੱਸਿਆ, ਇਹਨਾਂ ਦੇ ਪਤੀ ਵੀ ਅਧਰੰਗ ਦੀ ਬਿਮਾਰੀ ਨਾਲ ਪੀੜਤ ਨੇ, ਅਤੇ ਘਰ ਦੇ ਸਾਂਭ ਸੰਭਾਲ ਵੀ ਜਿਹੜੀ ਉਹ ਵੀ ਬਹੁਤ ਔਖੀ ਹੈ, ਕਿਉਂਕਿ ਇਹ ਖੁਦ ਘਰ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ। ਸੋ ਬੇਨਤੀ ਸਾਡੇ NRI ਵੀਰਾਂ ਰਾਹੀਂ ਦਸਵੰਧ ਫਾਊਂਡੇਸ਼ਨ ਕੈਨੇਡਾ ਅਤੇ ਲਿਸ਼ਕਾਰਾ TV ਕੈਨੇਡਾ ਰਾਹੀਂ ਜੁੜੇ ਹੋਏ ਸਾਰੇ NRI ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀ ਇਸ ਪਰਿਵਾਰ ਦੀ ਵੀ ਬਾਂਹ ਫੜਨ, ਔਰ ਇਹਨਾਂ ਤੱਕ ਵੀ ਬਣਦੀ ਸਰਦੀ ਪੁੱਜਦੀ ਮਦਦ ਜਿਹੜੀ ਉਹ ਪੁੱਜਦੀ ਕਰਨ। ਕਈ ਵਾਰ ਬਾਹਰੀ ਦਿੱਖ ਕਿਸੇ ਵੀ ਰੁੱਖ ਦੀ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਰੁੱਖ ਅੰਦਰੋਂ ਕਿੰਨਾ ਕੁ ਖੋਖਲਾ ਹੈ।
ਅਜਿਹੇ ਹੀ ਬੀਬੀ ਚਰਨਜੀਤ ਕੌਰ ਜੀ ਦੀਆਂ ਅੱਖਾਂ ਦੇ ਨਾਲ ਹੈ। ਇਹਨਾਂ ਦੇ ਜੇ ਅੱਖਾਂ ਨੂੰ ਅਸੀਂ ਦੇਖੀਏ ਤੇ ਆਮ ਤੌਰ ਦੇ ਉੱਤੇ ਬਿਲਕੁਲ ਤੁਹਾਨੂੰ ਵੇਖਿਆ ਇੰਝ ਲੱਗੇਗਾ ਜਿਵੇਂ ਕੋਈ ਤੰਦਰੁਸਤ ਇਨਸਾਨ ਹੈ, ਪਰ ਅੱਖਾਂ ਦੀ ਰੌਸ਼ਨੀ ਦੇ ਹਾਲਾਤ ਇਹ ਹੈ, ਆਲਮ ਇਹ ਹੈ ਕਿ ਆਧਾਰ ਕਾਰਡ ਇਹਨਾਂ ਦਾ ਨਹੀਂ ਬਣ ਸਕਿਆ ਕਿਉਂਕਿ ਆਧਾਰ ਕਾਰਡ ਦੇ ਵਿੱਚ ਇਹਨਾਂ ਦੀਆਂ ਅੱਖਾਂ ਦੇ ਨਿਸ਼ਾਨ ਜਿਹੜੇ ਉਹ ਨਹੀਂ ਆਉਂਦੇ। ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਆਧਾਰ ਕਾਰਡ ਮੈਂ ਆਪਣੇ ਦਰਸ਼ਕਾਂ ਦੇ ਨਾਲ, ਆਪਣੇ NRI ਵੀਰਾਂ ਦੇ ਨਾਲ ਸਾਂਝਾ ਨਹੀਂ ਕਰ ਸਕਦਾ। ਤੇ ਆਓ ਹੁਣ ਮਿਲਦੇ ਹਾਂ ਇੱਕ ਹੋਰ ਲੋੜਵੰਦ ਪਰਿਵਾਰ ਦੇ ਨਾਲ। ਮਾਲਵੇ ਤੇ ਦੁਆਬੇ ਨੂੰ ਜੋੜਦਾ ਸਤਲੁਜ ਦਰਿਆ ਤੇ ਸਤਲੁਜ ਦਰਿਆ ਦੇ ਕੰਢੇ ਤੇ ਇੱਕ ਨਿੱਕਾ ਜਿਹਾ ਪਿੰਡ ਮਰਸੀਆਂ ਬਾਜੜ ਦੇ ਇੱਕ ਅਤੀ ਗਰੀਬ ਪਰਿਵਾਰ ਦੇ ਵਿੱਚ ਇਸ ਵੇਲੇ ਅਸੀਂ ਬੈਠੇ ਹਾਂ, ਜਿੱਥੇ 3 ਭੈਣਾਂ ਦਾ ਇਕਲੌਤਾ ਨੌਜਵਾਨ ਵੀਰ ਗਗਨਦੀਪ ਸਿੰਘ ਮੇਰੇ ਨਾਲ ਹੈ, ਜਿਹੜਾ ਇਸ ਵੇਲੇ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਮੰਜੇ ਤੇ ਪਿਆ ਹੋਇਆ। ਤੇ ਜਦੋਂ ਜਵਾਨ ਪੁੱਤ ਕਿਸੇ ਬਿਮਾਰੀ ਦੀ ਬਜਾਏ ਇੱਕਦਮ ਚੱਲਦਾ ਫਿਰਦਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਕੇ ਡਿੱਗਦਾ ਹੈ ਤੇ ਉਹ ਤਾਂ ਫਿਰ ਜੱਗੋਂ ਬਾਹਰੀ ਗੱਲ ਹੋ ਜਾਂਦੀ ਹੈ। ਅਜਿਹੇ ਇੱਕ ਨੌਜਵਾਨ ਮੇਰੇ ਨਾਲ ਹੈ, ਗਗਨਦੀਪ ਸਿੰਘ, ਤੇ ਅਸੀਂ ਹੁਣ ਉਹਦੇ ਨਾਲ ਗੱਲ ਕਰਾਂਗੇ ਉਹਦੀ ਜ਼ਿੰਦਗੀ ਦੇ ਸਫ਼ਰ ਬਾਰੇ ਤੇ ਉਹਦੇ ਮੌਜੂਦਾ ਹਾਲਾਤ ਦੇ ਬਾਰੇ। ਸੋ ਆਓ ਗੱਲ ਕਰਦੇ ਹਾਂ ਗਗਨਦੀਪ ਸਿੰਘ ਦੇ ਨਾਲ ਤੇ ਪਹੁੰਚਾਉਂਦੇ ਹਾਂ ਉਹਦੀ ਗੁਹਾਰ ਸਾਡੇ NRI ਵੀਰਾਂ ਤੱਕ, ਮਦਦ ਦੀ ਅਪੀਲ ਕਰਦੇ ਹਾਂ ਦਸਵੰਧ ਫਾਊਂਡੇਸ਼ਨ ਤੇ ਲਿਸ਼ਕਾਰਾ TV ਕੈਨੇਡਾ ਰਾਹੀਂ ਜੁੜੇ ਹੋਏ ਸਾਰੇ NRI ਵੀਰਾਂ ਦੇ ਮੂਹਰੇ। ਗਗਨਦੀਪ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਗਗਨ ਵੀਰੇ, ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਦਾ, ਤੁਹਾਡੀ ਉਮਰ ਕਿੰਨੀ ਹੈ? ਮੇਰੀ 18 ਸਾਲ ਹੈ ਜੀ। 18 ਸਾਲ ਦਾ ਨੌਜਵਾਨ। ਔਰ ਮੈਂ ਹਾਦਸੇ ਵੱਲ ਆਉਣ ਤੋਂ ਪਹਿਲਾਂ ਥੋੜ੍ਹਾ ਜਿਹਾ ਪਿਛੋਕੜ ਪੁੱਛੂੰਗਾ ਕਿ ਇਹ ਤੋਂ ਪਹਿਲਾਂ ਪੜ੍ਹੇ ਲਿਖੇ ਕਿੰਨਾ ਹੋ ਤੇ ਜਦੋਂ ਹਾਦਸਾ ਹੋਇਆ ਕੀ ਕਰਦੇ ਸੀ? ਮੈਂ +2 ਕੀਤੀ ਹੈ ਤੇ ਮੈਂ ਅੱਗੇ ਇਲੈਕਟ੍ਰੀਕਲ ਇੰਜੀਨੀਅਰਿੰਗ ਕਰ ਰਿਹਾ ਸੀ ਤੇ ਜੀ ਮੈਂ ਫਸਟ ਈਅਰ ਸੀਗਾ। ਅੱਛਾ ਜੀ। ਤੇ ਫਸਟ ਈਅਰ ਦੇ ਵਿੱਚ ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਜਦੋਂ ਇਸ ਹਾਦਸੇ ਦਾ ਸ਼ਿਕਾਰ ਹੋਏ, ਥੋੜ੍ਹਾ ਜਿਹਾ ਦੱਸਿਓ ਕਿ ਤੁਸੀਂ ਕਾਲਜ ਜਾ ਰਹੇ ਸੀ, ਕਿਹੋ ਜਿਹਾ ਮਾਹੌਲ ਸੀ, ਹਾਦਸਾ ਕਿੱਦਾਂ ਹੋਇਆ? ਮੈਂ ਕਾਲਜ ਪਹਿਲਾਂ ਤਾਂ ਬੱਸ 'ਤੇ ਜਾਂਦਾ ਹੁੰਦਾ ਸੀ ਤੇ ਇੱਕ ਦਿਨ ਫਰੈਂਡ ਮਿਲੇ ਤੇ ਉਹਦਾ ਮੈਂ ਮਤਲਬ ਚਲਿਆ ਗਿਆ। ਅੱਛਾ ਜੀ। ਮੋਟਰਸਾਈਕਲ ਤੇ ਅੱਗੋਂ ਅਚਾਨਕ ਮਤਲਬ ਗਾਂ ਆ ਗਈ ਤੇ ਸਾਡਾ ਐਕਸੀਡੈਂਟ ਹੋ ਗਿਆ। ਅੱਛਾ ਜੀ। ਤੇ ਫਿਰ ਸੱਟ ਕਿੱਥੇ ਕਿੱਥੇ ਕਿੰਨੀਆਂ ਕੁ ਲੱਗੀਆਂ? ਸੱਟ ਇੱਕ ਤਾਂ ਗੋਡੇ ਤੇ ਲੱਗੀ ਹੈ, ਅੱਛਾ ਜੀ। ਇੱਕ ਚੱਪਣੀ ਟੁੱਟ ਗਈ ਆ ਤੇ ਇੱਕ 3 ਇੰਚ ਦਾ ਗੈਪ, 3-4 ਇੰਚ ਦਾ ਕਹਿੰਦੇ ਗੈਪ ਪੈ ਗਿਆ, ਖਾਂਚਾ ਬਣ ਗਿਆ। ਅੱਛਾ ਜੀ। ਲੱਤ ਦੇ ਕੋਲੋਂ। ਹਾਂ। ਤੇ ਇੱਕ ਕੂਣੀ ਤੇ ਲੱਗਿਆ, ਕੂਣੀ ਦੀ ਮਤਲਬ ਵੀ ਕੂਣੀ ਸਾਰੀ ਭੁਰ ਗਈ ਜੀ। ਹਾਂਜੀ। ਦੋਨੋਂ ਬੜੇ ਮਜ਼ਬੂਤ ਜੋੜ ਔਰ ਦੋਨੋਂ ਮਨੁੱਖ ਦੀ ਜ਼ਿੰਦਗੀ ਵਾਸਤੇ ਬੜੇ ਜ਼ਰੂਰੀ ਨੇ, ਸਰੀਰਕ ਹਰਕਤ ਦੇ ਵਾਸਤੇ, ਗੋਡਾ ਵੀ ਤੇ ਕੂਣੀ ਵੀ। ਇਸ ਵੇਲੇ ਆਪਣੇ ਖੱਬੇ ਪਾਸਿਓਂ ਗੋਡੇ ਤੇ ਕੂਣੀ ਦੋਵਾਂ ਜੋੜਾਂ ਤੋਂ ਲਾਚਾਰ ਹੋ ਕੇ ਇਹ ਨੌਜਵਾਨ ਮੰਜੇ ਦੇ ਉੱਤੇ ਪਿਆ ਹੈ ਜੀ। ਗਗਨ ਭਾਜੀ, ਜਦੋਂ ਫਿਰ ਇਹ ਸੱਟ ਲੱਗੀ ਤੇ ਮੁੱਢਲੇ ਇਲਾਜ ਵਾਸਤੇ ਕਿੱਥੇ ਗਏ? ਇਲਾਜ ਕਿੰਨਾ ਕੁ ਚੱਲਿਆ? ਕੋਈ ਆਪਰੇਸ਼ਨ ਵਗੈਰਾ ਹੋਇਆ? ਹਾਂਜੀ, ਆਪਰੇਸ਼ਨ ਹੋਇਆ ਸੀ ਤਨੇਜਾ ਹਸਪੀਟਲ ਵਿੱਚ। ਅੱਛਾ। ਤੇ ਆਪਰੇਸ਼ਨ ਉਹਨਾਂ ਨੇ ਕਿਹਾ ਮਤਲਬ ਵੀ ਨਿਆਣੀ ਉਮਰ ਆ ਤੇ ਹੱਡੀ ਵੱਧ ਜੂਗੀ। ਬਾਅਦ ਵਿੱਚ ਉਹਨਾਂ ਨੇ ਟਾਈਮ ਪਾਉਣ ਤੋਂ ਬਾਅਦ ਕਿਹਾ ਵੀ ਹੱਡੀ ਨਹੀਂ ਇੰਨੀ ਵੱਧ ਰਹੀ ਆ ਤੇ ਤੁਸੀਂ ਮਤਲਬ ਆਪਰੇਟ ਦੁਬਾਰਾ ਕਰਾ ਲਓ। ਤੇ ਦੁਬਾਰਾ ਆਪਰੇਟ ਲਈ ਜਦੋਂ ਅਸੀਂ ਪੁੱਛਿਆ ਤਾਂ ਕਹਿੰਦੇ ਵੀ 1-2 ਲੱਖ ਰੁਪਇਆ ਲੱਗ ਜਾਣਾ ਤੇ ਇੰਨੇ ਸਾਡੇ ਕੋਲ ਜੀ ਪੈਸੇ ਹੈ ਨਹੀਂ ਸੀ, ਤਾਂ ਕਰਕੇ ਫਿਰ ਸਾਡੇ ਕੋਲ ਆਪਰੇਟ ਨਹੀਂ ਹੋ ਰਿਹਾ। ਅੱਛਾ ਜੀ। ਸੋ ਜੀ ਮੁੱਢਲਾ ਇਲਾਜ ਜਿਨ੍ਹਾਂ ਨੇ ਕਰਵਾਇਆ, ਔਰ ਜਿਵੇਂ ਕਿ ਸਾਡੇ ਇੱਥੇ ਬਹੁਤ ਵਾਰ ਹੁੰਦਾ ਹੈ ਕਿ ਡਾਕਟਰੀ ਸਹਾਇਤਾ ਜਿਹੜੀ ਹੈ ਉਹ ਵੀ ਓਨੀ ਵਧੀਆ ਨਹੀਂ, ਔਰ ਨਾਲ ਦੀ ਨਾਲ ਡਾਕਟਰੀ ਸਹਾਇਤਾ ਦੇ ਵਿੱਚ ਵੀ ਬਹੁਤ ਸਾਰੀਆਂ ਚੋਰ ਮੋਰੀਆਂ ਨੇ। ਵੈਸੇ ਤਾਂ ਸਾਡੇ ਪੂਰੇ ਤੰਤਰ ਦੇ ਵਿੱਚ ਹੀ ਹਰ ਥਾਂ ਦੇ ਉੱਤੇ ਚੋਰ ਮੋਰੀਆਂ ਨੇ, ਪਰ ਡਾਕਟਰੀ ਵਣਜ ਦੇ ਵਿੱਚ ਵੀ ਜਿਹੜੀਆਂ ਚੋਰ ਮੋਰੀਆਂ ਨੇ ਉਹਦਾ ਇਹ ਸ਼ਿਕਾਰ ਹੋਏ ਕਿ ਪਹਿਲੀ ਸਰਜਰੀ ਜਿਹੜੀ ਉਹ ਡਾਕਟਰਾਂ ਵੱਲੋਂ ਕਿਸੇ ਆਸ 'ਤੇ ਕੀਤੀ ਗਈ, ਪਰ ਫਿਰ ਦੁਬਾਰਾ ਉਹ ਸਹੀ ਨਾ ਬੈਣ 'ਤੇ ਇਹਨਾਂ ਨੂੰ ਦੂਸਰੀ ਵਾਰ ਸਰਜਰੀ ਵਾਸਤੇ ਕਿਹਾ ਜਾ ਰਿਹਾ, ਜਿਹਦੇ ਵਾਸਤੇ ਪਰਿਵਾਰ ਇਸ ਵੇਲੇ ਇਲਾਜ ਤੋਂ ਮੁਹਤਾਜ ਹੈ। ਗਗਨ ਭਾਜੀ, ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੌਣ ਹੈ? ਕਮਾਉਣ ਵਾਲੇ ਤਾਂ ਮੇਰੇ ਇਕੱਲੇ ਡੈਡ ਜੀ ਆ। ਅੱਛਾ ਜੀ। ਕੀ ਕਰਦੇ ਨੇ ਉਹ? ਉਹ ਜੀ ਮਜ਼ਦੂਰੀ ਕਰਦੇ ਆ। ਅੱਛਾ ਜੀ। ਤੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ? ਹੋਰ ਮੇਰੀਆਂ 3 ਸਿਸਟਰਸ ਆ। ਅੱਛਾ ਜੀ। ਇੱਕ ਮੰਮੀ ਜੀ ਆ ਜੀ। ਸੋ ਜੀ 3 ਭੈਣਾਂ ਦਾ ਇਕਲੌਤਾ ਭਰਾ, ਪਰਿਵਾਰ ਦੇ ਵਿੱਚ ਕਮਾਉਣ ਵਾਲਾ ਇੱਕੋ ਇੱਕ
ਮਜ਼ਦੂਰ ਬਾਪ। ਸੋ ਹਾਲਾਤ ਤੁਸੀਂ ਬਾਖੂਬੀ ਸਮਝ ਸਕਦੇ ਹੋ। ਸੋ ਆਸ ਹੈ ਕਿ ਜਿਸ ਤਰ੍ਹਾਂ ਹਰ ਵਾਰ ਬੋੜਦੇ ਰਹੇ ਨੇ ਸਾਡੇ NRI ਵੀਰ ਦਸਵੰਧ ਫਾਊਂਡੇਸ਼ਨ ਕੈਨੇਡਾ ਤੇ ਲਸ਼ਕਾਰਾ TV ਕੈਨੇਡਾ ਰਾਹੀਂ ਜੁੜੇ ਹੋਏ ਸਾਡੇ NRI ਵੀਰ ਇੱਕ ਵਾਰ ਦੁਬਾਰਾ ਇਸ ਪਰਿਵਾਰ ਦੀ ਵੀ ਬਾਂਹ ਫੜਨਗੇ ਤੇ ਬਣਦੀ ਸਰਦੀ ਮਦਦ ਇਸ ਪਰਿਵਾਰ ਤੱਕ ਪੁੱਜਦੀ ਕਰਨਗੇ। ਇਸ ਪ੍ਰੋਗਰਾਮ ਰਾਹੀਂ ਗਗਨ ਭਾਜੀ ਤੁਸੀਂ ਸਾਡੇ NRI ਵੀਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਮੈਂ ਤਾਂ ਇਹ ਅਪੀਲ ਕਰਨਾ ਚਾਹੂੰਗਾ ਜੀ ਕਿ ਮਤਲਬ ਵੀ ਲੋੜਵੰਦ ਦੀ ਮਦਦ ਕਰਦੇ ਬਹੁਤ ਵਧੀਆ, ਤੇ ਸਾਨੂੰ ਵੀ ਹੁਣ ਲੋੜ ਹੈ ਤੇ ਸਾਡੀ ਵੀ ਮਦਦ ਕੀਤੀ ਜਾਵੇ। ਬਹੁਤ ਸ਼ੁਕਰੀਆ ਜੀ। ਹਰ ਵਾਰ ਦੀ ਤਰ੍ਹਾਂ ਮੈਂ ਪਹਿਲਾਂ ਵੀ ਬਹੁਤ ਵਾਰ ਕਹਿੰਦਾ, ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਕਹੀਦਾ ਕਿ ਖਾਸ ਕਰ ਜਦੋਂ ਅਜਿਹਾ ਨੌਜਵਾਨ ਕੋਈ ਮੰਜੇ 'ਤੇ ਹੋਵੇ ਜਿਹਦੇ ਉੱਤੇ ਪੂਰੇ ਪਰਿਵਾਰ ਨੂੰ ਆਸ ਹੋਵੇ, ਪਰ ਇਸ ਵੇਲੇ ਪੂਰਾ ਪਰਿਵਾਰ ਉਹਦੇ ਆਸੇ-ਪਾਸੇ ਇੱਕ ਆਸ ਨਾ ਦੇਖਦਾ ਹੋਏ ਤੇ ਉਹ ਆਪ ਕੁਝ ਕਰਨ ਜੋਗਾ ਨਾ ਹੋਏ, ਤੇ ਫਿਰ ਮਦਦ ਵਾਸਤੇ ਵੀ ਬੁੱਲ ਨਹੀਂ ਹਿਲਦੇ। ਸੋ ਮੈਂ ਜ਼ਰੂਰ ਇੱਥੇ ਬੇਨਤੀ ਕਰਾਂਗਾ ਆਪਣੇ ਵੱਲੋਂ ਗਗਨ ਵੀਰ ਦੀ ਅਪੀਲ ਸਾਡੇ NRI ਵੀਰਾਂ ਤੱਕ ਪਹੁੰਚਾਉਣ ਦੀ ਮੇਰੇ ਵੱਲੋਂ ਵੀ ਕੋਸ਼ਿਸ਼ ਹੈ ਕਿ ਜ਼ਰੂਰ ਬੋੜਿਓ, ਜਲਦੀ ਬੋੜਿਓ, ਤਾਂ ਜੋ ਇਹ ਨੌਜਵਾਨ ਦੁਬਾਰਾ ਆਪਣੇ ਪੈਰਾਂ 'ਤੇ ਚੱਲ ਸਕੇ ਤੇ ਇਸ ਪਰਿਵਾਰ ਦਾ ਸਹਾਰਾ ਬਣ ਸਕੇ। ਪ੍ਰੋਗਰਾਮ ਦੇ ਵਿੱਚ ਪਾਰਦਰਸ਼ਤਾ ਤੇ ਤੁਹਾਡੀ ਭੇਜੀ ਹੋਈ ਮਦਦ ਸਹੀ ਲੋੜਵੰਦ ਤੱਕ ਪਹੁੰਚਣ ਦੀ ਗਾਰੰਟੀ ਵਜੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਵੀਰ ਗਗਨਦੀਪ ਸਿੰਘ ਦਾ ਆਧਾਰ ਨੰਬਰ ਤੁਹਾਡੇ ਸਾਰੇ ਨਾਲ ਸਾਂਝਾ ਕਰ ਰਿਹਾ। ਇਹਨਾਂ ਦਾ ਆਧਾਰ ਕਾਰਡ ਦਾ ਨੰਬਰ ਹੈ 5036 6348 4137। ਨੰਬਰ ਮੈਂ ਇੱਕ ਵਾਰ ਦੁਬਾਰਾ ਬੋਲ ਰਿਹਾ 5036 63484137। ਜਿਹੜੇ NRI ਵੀਰ ਆਪਣੀ ਮਦਦ ਦਸਵੰਧ ਫਾਊਂਡੇਸ਼ਨ ਕੈਨੇਡਾ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਉਹ ਦਸਵੰਧ ਫਾਊਂਡੇਸ਼ਨ ਦੇ ਖਾਤੇ ਦੇ ਵਿੱਚ ਆਪਣੀ ਮਦਦ ਪਾ ਸਕਦੇ ਨੇ। ਸਾਡਾ ਅਕਾਊਂਟ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਹੈ। ਹੁਣ ਅੱਜ ਦਾ ਇਹ ਪ੍ਰੋਗਰਾਮ ਇਹ ਵੀ ਹੈ ਜ਼ਿੰਦਗੀ ਇੱਥੇ ਹੀ ਖਤਮ ਕਰਨ ਦੀ। ਮੈਨੂੰ ਪਵਨਦੀਪ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਹੈ shammijudge@lishkara.ca ਤੇ ਸਾਨੂੰ ਫੋਨ ਕਰਨ ਵਾਸਤੇ ਸਾਡਾ ਫੋਨ ਨੰਬਰ ਹੈ 604 916 2121। ਇਸ ਦੇ ਨਾਲ ਹੀ ਮੈਂ ਪਵਨਦੀਪ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।